ਪਿਆਰੇ ਵਿਦਿਆਰਥੀਓ, ਮੈਂ ਅਮਨਦੀਪ ਗੌਰਮੈਂਟ ਨੈਸ਼ਨਲ ਕਾਲਜ ਦੇ ਪੰਜਾਬੀ ਵਿਭਾਗ ਵਿੱਚ ਹਾਂ। ਅੱਜ ਮੈਂ ਤੁਹਾਡੇ ਨਾਲ ਆਪਣੇ ਇਸ ਆਨਲਾਈਨ ਲੈਕਚਰ ਵਿੱਚ ਦਾਰਸ਼ਨਿਕ ਵਿਦਵਾਨ ਅਤੇ ਕਵੀ ਬਾਬਾ ਬਲਵੰਤ ਦੇ ਜੀਵਨ ਰਚਨਾ ਤੇ ਉਹਨਾਂ ਦੇ ਯੋਗਦਾਨ ਬਾਰੇ ਗੱਲ ਕਰਾਂਗੀ। ਸਭ ਤੋਂ ਪਹਿਲਾਂ ਆਪਾਂ ਬਾਬਾ ਬਲਵੰਤ ਦੇ ਜੀਵਨ ਰਚਨਾ ਤੇ ਯੋਗਦਾਨ ਬਾਰੇ ਗੱਲ ਕਰਦੇ ਹਾਂ। ਬਾਬਾ ਬਲਵੰਤ ਦਾ ਜਨਮ 1915 ਈਸਵੀ ਪਿੰਡ ਨੇਸੜਾ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਆਪ ਦੇ ਪਿਤਾ ਦਾ ਨਾਮ ਠਾਕੁਰ ਦੀਨਾਨਾਥ ਸੀ। ਜੇ ਆਪਾਂ ਬਾਬਾ ਬਲਵੰਤ ਦੇ ਵਿੱਦਿਆ ਦੀ ਗੱਲ ਕਰੀਏ ਤਾਂ ਉਹਨਾਂ ਨੇ ਆਪਣੀ ਵਿੱਦਿਆ ਕਿਸੇ ਸਕੂਲ ਜਾਂ ਕਾਲਜ ਤੋਂ ਪ੍ਰਾਪਤ ਨਹੀਂ ਕੀਤੀ। ਘਰ ਵਿੱਚ ਹੀ ਹਿੰਦੀ ਅਤੇ ਉਰਦੂ ਸਾਹਿਤ ਦਾ ਅਧਿਐਨ ਕੀਤਾ। ਉਰਦੂ ਦੇ ਮਹਾਨ ਕਵੀ ਇਕਬਾਲ ਅਤੇ ਜੋਸ਼ ਦਾ ਬੜਾ ਡੂੰਘਾ ਅਸਰ ਪਿਆ। ਉਹਨਾਂ ਦੀ ਜ਼ਿੰਦਗੀ ਦਾ ਕਾਫੀ ਹਿੱਸਾ ਆਰਥਿਕ ਤੰਗੀ ਵਿੱਚ ਹੀ ਬਤੀਤ ਹੋਇਆ, ਜਿਸ ਕਾਰਨ ਸਮੁੱਚਾ ਜੀਵਨ ਸੰਘਰਸ਼ ਭਰਪੂਰ ਰਿਹਾ। ਸੰਘਰਸ਼ ਵਿੱਚੋਂ ਪੈਦਾ ਹੋਏ ਅਨੁਭਵ ਅਤੇ ਚਿੰਤਨ ਨੇ ਆਪ ਨੂੰ ਜ਼ਿੰਦਗੀ ਦੀਆਂ ਕਠੋਰ ਹਕੀਕਤਾਂ ਤੋਂ ਜਾਣੂ ਕਰਵਾਇਆ। ਇਸ ਅਨੁਭਵ ਨੇ ਹੀ ਉਸ ਨੂੰ ਕ੍ਰਾਂਤੀਕਾਰੀ ਕਵੀ ਵੀ ਬਣਾਇਆ। 1972 ਈਸਵੀ ਵਿੱਚ ਆਪ ਦਾ ਦੇਹਾਂਤ ਹੋ ਗਿਆ। ਅੱਗੇ ਗੱਲ ਕਰਦੇ ਹਾਂ ਉਹਨਾਂ ਦੀ ਕਾਵਿ ਰਚਨਾਵਾਂ ਬਾਰੇ। ਬਾਬਾ ਬਲਵੰਤ ਨੇ ਕਾਵਿ ਸੰਗ੍ਰਹਿ ਮਹਾਨਾਚ, ਅਮਰ ਗੀਤ, ਜਵਾਲਾਮੁਖੀ, ਬੰਦਰਗਾਹ, ਸੁਗੰਧ ਸਮੀਰ, ਕਾਵਿ ਸਾਗਰ ਰਚੇ। ਉਹਨਾਂ ਨੇ ਵਾਰਤਕ ਵਿੱਚ ਵੀ ਆਪਣਾ ਹੱਥ ਅਜਮਾਈ ਕੀਤੀ। ਉਹਨਾਂ ਨੇ ਵਾਰਤਕ ਵਿੱਚ ਕਿਸ ਕਿਸ ਤਰ੍ਹਾਂ ਦੇ ਨਾਚ ਪੁਸਤਕ ਰਚੀ। ਬਾਬਾ ਬਲਵੰਤ ਨੇ 1921 ਈਸਵੀ ਤੋਂ ਲੈ ਕੇ ਸਾਹਿਤ ਸਿਰਜਣਾ ਕੀਤੀ। ਬਾਬਾ ਬਲਵੰਤ ਦੇ ਇਸ ਯੁੱਗ ਨੂੰ ਅਸੀਂ ਮੁੱਖ ਰੂਪ ਵਿੱਚ 3 ਤਰ੍ਹਾਂ ਦੀਆਂ ਕਵਿਤਾਵਾਂ ਦੇ ਰੂਪ ਵਿੱਚ ਵੇਖਦੇ ਹਾਂ। ਇਹਨਾਂ ਵਿੱਚ ਪਹਿਲਾ ਹੈ ਅਧਿਆਤਮਵਾਦ, ਦੂਜਾ ਪਿਆਰ, ਤੀਜਾ ਮਨੁੱਖੀ ਕਲਿਆਣ ਲਈ ਕ੍ਰਾਂਤੀ। ਪਰ ਇਹਨਾਂ ਵਿੱਚੋਂ ਜੇ ਉਹਨਾਂ ਦੇ ਮੁੱਖ ਵਿਸ਼ੇ ਦੀ ਗੱਲ ਕਰੀਏ ਤਾਂ ਉਹਨਾਂ ਦਾ ਮੁੱਖ ਵਿਸ਼ਾ ਪਿਆਰ ਹੀ ਰਿਹਾ ਹੈ। ਉਹਨਾਂ ਦਾ ਪਹਿਲਾ ਕਾਵਿ ਸੰਗ੍ਰਹਿ ਅਮਰ ਗੀਤ ਅਧਿਆਤਮਵਾਦੀ ਪਿਆਰ ਨਾਲ ਭਰਪੂਰ ਹੈ। ਉਸ ਵਿੱਚ ਸਮਾਜ ਸੁਧਾਰ ਲਈ ਬਹੁਤ ਸਾਰੇ ਗੀਤ ਅਤੇ ਕਵਿਤਾਵਾਂ ਸ਼ਾਮਿਲ ਹਨ। ਦੂਸਰਾ ਕਾਵਿ ਸੰਗ੍ਰਹਿ ਉਹਨਾਂ ਦਾ ਜਵਾਲਾਮੁਖੀ। ਉਸ ਵਿੱਚ ਉਹਨਾਂ ਦੀ ਸੂਝ ਹੋਰ ਵਧੇਰੇ ਚੇਤਨ ਹੋ ਗਈ ਹੈ। ਉਸ ਨੇ ਇਸ ਕਾਵਿ ਸੰਗ੍ਰਹਿ ਵਿੱਚ ਨਵੇਂ ਅਤੇ ਨਿੱਘਰ ਵਿਸ਼ਿਆਂ ਨੂੰ ਅਪਣਾਇਆ। ਬੰਦਰਗਾਹ ਕਾਵਿ ਸੰਗ੍ਰਹਿ ਵਿੱਚ ਉਹਨਾਂ ਨੇ ਨਾ ਸਿਰਫ ਮੌਲਿਕ ਵਿਸ਼ੇ ਹੀ ਅਪਣਾਏ ਹਨ, ਸਗੋਂ ਸਮੁੱਚੇ ਕਾਵਿ ਜਗਤ ਦਾ ਗੌਰਵ ਵੀ ਵਧਾਇਆ ਹੈ। ਸੁਗੰਧ ਸਮੀਰ ਉਸ ਦਾ 5ਵਾਂ ਕਾਵਿ ਸੰਗ੍ਰਹਿ ਹੈ, ਜਿਸ ਵਿੱਚ ਉਹ ਅਧਿਆਤਮਵਾਦ ਨੂੰ ਤਿਆਗ ਕੇ ਪੱਕਾ ਮਾਰਕਸਵਾਦੀ ਬਣ ਗਿਆ। ਉਹ ਕਿਰਤ ਦੀ ਉਪਜਾਊ ਸ਼ਕਤੀ, ਮਨੁੱਖੀ ਪਿਆਰ ਅਤੇ ਅਟਲ ਇਨਕਲਾਬ ਦੇ ਗੀਤ ਗਾਉਂਦਾ ਹੈ। ਬਾਬਾ ਬਲਵੰਤ ਇੱਕ ਪ੍ਰਗਤੀਸ਼ੀਲ ਕਵੀ ਹੈ, ਜਿਸ ਨੇ ਆਪਣੀ ਕਲਮ ਦੇ ਮਾਧਿਅਮ ਰਾਹੀਂ ਅਣਮਨੁੱਖੀ ਸ਼ਕਤੀਆਂ ਦੀ ਲੁੱਟ ਖਸੁੱਟ ਨੂੰ ਰੱਦ ਕੀਤਾ ਹੈ। ਉਹ ਅਜਿਹਾ ਕਵੀ ਹੈ ਜਿਸ ਨੂੰ ਛਾਇਆਵਾਦੀ ਪ੍ਰਗਤੀਵਾਦੀ ਵੀ ਕਹਿ ਸਕਦੇ ਹਾਂ। ਬਾਬਾ ਬਲਵੰਤ ਸਮਾਜਵਾਦੀ ਵਿਚਾਰਧਾਰਾ ਦਾ ਕੱਟੜ ਸਮਰਥਕ ਹੈ। ਸਮਾਜਵਾਦ ਕਵਿਤਾ ਵਿੱਚ ਸਮਾਜਵਾਦ ਜਨ ਸੁਧਾਰ ਨੂੰ ਸੰਬੋਧਿਤ ਕਰਦਾ ਹੋਇਆ ਕਹਿੰਦਾ ਹੈ ਕਿ ਮੈਂ ਹੀ ਜ਼ਿੰਦਗੀ ਦੇ ਸੁਪਨਿਆਂ ਦੀ ਅਸਲੀ ਤਸਵੀਰ ਹਾਂ। ਉਹ ਜੋ ਅੱਜ ਮੈਨੂੰ ਮਿਟਾਉਣਾ ਚਾਹੁੰਦੇ ਹਨ, ਖੁਦ ਹੀ ਮਿਟ ਚੁੱਕੇ ਹਨ। ਆਪ ਆਪਣੀ ਕਵਿਤਾ ਵਿੱਚ ਲਿਖਦੇ ਹਨ, ਜ਼ਿੰਦਗੀ ਦੇ ਸੁਪਨਿਆਂ ਦੀ ਮੈਂ ਹੀ ਇੱਕ ਤਸਵੀਰ ਹਾਂ। ਦਬ ਗਏ ਉੱਠੇ ਸੀ ਜੋ ਮੇਰੇ ਦੀਵਾਨ ਦੇ ਲਈ, ਮਿਟਣਗੇ ਉੱਠੇ ਨੇ ਜੋ ਮੇਰੇ ਮਿਟਾਉਣ ਦੇ ਲਈ। ਅੱਗੇ ਗੱਲ ਕਰਦੇ ਹਾਂ ਆਪਾਂ ਬਾਬਾ ਬਲਵੰਤ ਦੇ ਕਾਵਿ ਕਲਾ ਬਾਰੇ। ਜੇ ਉਹਨਾਂ ਦੀ ਕਾਵਿ ਕਲਾ ਬਾਰੇ ਗੱਲ ਕਰੀਏ ਤਾਂ ਬਾਬਾ ਬਲਵੰਤ ਦੀ ਕਾਵਿ ਕਲਾ ਸ਼ੈਲੀ ਹੈ ਜਿਹੜੀ ਉਹ ਬੜੀ ਬੌਧਿਕ, ਗੰਭੀਰ ਅਤੇ ਰਸਾਤਮਕ ਹੈ। ਉਸਨੇ ਸਦਾ ਨਵੇਂ ਸਮਾਸ ਘੜੇ ਹਨ ਅਤੇ ਪੰਜਾਬੀ ਬੋਲੀ ਨੂੰ ਨਵੇਂ ਸ਼ਬਦਾਂ ਨਾਲ ਸ਼ਿੰਗਾਰਿਆ ਹੈ। ਬਾਬਾ ਬਲਵੰਤ ਨੇ ਆਪਣੇ ਭਾਵਾਂ ਦੇ ਪ੍ਰਗਟਾਅ ਲਈ ਵੰਨ-ਸੁਵੰਨੇ ਸੰਕੇਤ ਅਤੇ ਬਿੰਬਾਂ ਦੀ ਵਰਤੋਂ ਕੀਤੀ ਹੈ। ਉਹਨਾਂ ਨੇ ਆਪਣੀਆਂ ਕਾਵਿ ਰਚਨਾਵਾਂ ਵਿੱਚ ਕਾਵਿ ਬਿੰਬਾਂ ਦੀ ਜਟਿਲਤਾ ਕਾਰਨ ਉਸ ਦੀ ਕਵਿਤਾ ਕਈ ਵਾਰ ਜਟਿਲ ਬਣ ਜਾਂਦੀ ਹੈ। ਉਹਨਾਂ ਵਿੱਚ ਅਰਥ ਸੰਚਾਰ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਬਾਬਾ ਬਲਵੰਤ ਪੰਜਾਬੀ ਕਾਵਿ ਜਗਤ ਵਿੱਚ ਇੱਕ ਨਵੀਂ ਸ਼ੈਲੀ ਤੇ ਵਿਚਾਰਧਾਰਾ ਵਾਲਾ ਕਵੀ ਹੈ। ਉਸ ਦੀ ਕਲਾ ਵਿੱਚ ਜੋਸ਼ ਹੈ, ਅਥਾਹ ਸ਼ਕਤੀ ਹੈ।
ਇਹ ਸੀ ਬਾਬਾ ਬਲਵੰਤ ਦੀ ਕਾਵ ਕਲਾ। ਅੱਗੇ ਆਪਾਂ ਗੱਲ ਕਰਦੇ ਹਾਂ ਬਾਬਾ ਬਲਵੰਤ ਦੇ ਰਚੀਆਂ ਹੋਈਆਂ ਕਵਿਤਾਵਾਂ ਤੇ ਉਹਨਾਂ ਦੀ ਵਿਆਖਿਆ, ਠੀਕ ਹੈ, ਜਿਹੜੀ ਕਿ ਤੁਹਾਨੂੰ ਸਿਲੇਬਸ ਵਿੱਚ ਲੱਗੀ ਹੋਈ ਆ। ਪਹਿਲੀ ਉਹਨਾਂ ਦੀ ਕਵਿਤਾ ਹੈਗੀ ਆ ਸਮਾਜਵਾਦ। ਸਮਾਜਵਾਦ ਬਾਰੇ ਗੱਲ ਕਰਾਂਗੇ। ਸਮਾਜਵਾਦ ਕਵਿਤਾ ਵਿੱਚ ਪਹਿਲਾ ਪ੍ਰਸੰਗ ਤੇ ਵਿਆਖਿਆ, ਠੀਕ ਹੈ। ਪ੍ਰਸੰਗ ਦੱਸੂਗੀ ਇੱਕ ਵਾਰ ਵੀ ਕਿਵੇਂ ਕਰਨਾ ਹੁੰਦਾ, ਫਿਰ ਉਸ ਤੋਂ ਬਾਅਦ ਵਿਆਖਿਆ ਕਰਨੀ ਹੁੰਦੀ ਆ। ਉਸ ਤੋਂ ਬਾਅਦ ਸਿਰਫ ਮੈਂ ਵਿਆਖਿਆ ਹੀ ਕਰੂੰਗੀ ਸਾਰੀਆਂ ਕਵਿਤਾਵਾਂ ਦੀ। ਪਹਿਲਾਂ ਗੱਲ ਕਰਦੇ ਹਾਂ ਸਮਾਜਵਾਦ ਬਾਰੇ। ਖੂਬ ਹੋਈਆਂ ਕੋਸ਼ਿਸ਼ਾਂ ਮੇਰੇ ਮਿਟਾਵਨ ਦੇ ਲਈ, ਇੱਕ ਨਵੀਂ ਉਗਦੀ ਹੋਈ ਆਸਾਂ ਦੀ ਕੋਮਲ ਵੇਲ ਨੂੰ ਜ਼ੁਲਮਾਂ ਦੇ ਪੈਰਾਂ 'ਚ ਰੋਲਣ ਤੇ ਦਬਾਉਣ ਦੇ ਲਈ, ਖੂਬ ਹੋਈਆਂ ਕੋਸ਼ਿਸ਼ਾਂ ਮੇਰੇ ਮਿਟਾਵਨ ਦੇ ਲਈ। ਤਾਂ ਇਹ ਕਾਵ ਸਤਰਾਂ ਜਿਹੜੀਆਂ ਕਾਵਨਾਦ, ਤੁਹਾਡੀ ਜਿਹੜੀ ਪੁਸਤਕ ਆ ਕਾਵਨਾਦ, ਉਸ ਵਿੱਚ ਦਰਜ ਆ। ਬਾਬਾ ਬਲਵੰਤ ਦੀ ਕਵਿਤਾ ਸਮਾਜਵਾਦ ਵਿੱਚੋਂ ਲਿਆਈਆਂ ਗਈਆਂ। ਇਸ ਕਵਿਤਾ ਵਿੱਚ ਕਵੀ ਨੇ ਸਮਾਜਵਾਦੀ ਸਿਧਾਂਤ ਤੇ ਉਸ ਦੇ ਚਿੱਤਾਂ ਬਾਰੇ ਇਤਿਹਾਸ ਨੂੰ ਪੇਸ਼ ਕਰਦਿਆਂ ਉਸ ਨੂੰ ਰੋਕਣ ਵਾਲੀਆਂ ਤਾਕਤਾਂ ਦੀ ਮੂੰਹ ਤੋੜ ਹਾਰ ਨੂੰ ਬੜੀ ਜੋਸ਼ ਭਰੀ ਸ਼ੈਲੀ ਨਾਲ ਬਿਆਨ ਕੀਤਾ ਹੈ। ਇਸ ਕਵਿਤਾ ਵਿੱਚ ਸਮਾਜਵਾਦ ਉੱਤਮ ਪੁਰਖ ਵਿੱਚ ਆਪਣੇ ਬਾਰੇ ਗੱਲ ਕਰਦਾ ਹੈ। ਹੁਣ ਇਸ ਸਤਰਾਂ ਵਿੱਚ ਕੀ ਕਹਿੰਦਾ? ਇਹਨਾਂ ਸਤਰਾਂ ਵਿੱਚ ਸਮਾਜਵਾਦ ਆਪਣੇ ਦੁਸ਼ਮਣਾਂ ਤੇ ਕ੍ਰਾਂਤੀਕਾਰੀ ਚਰਿੱਤਰ ਬਾਰੇ ਦੱਸਦਾ ਹੈ। ਤਾਂ ਹੁਣ ਅੱਗੇ ਆਪਾਂ ਗੱਲ ਕਰਦੇ ਹਾਂ ਵਿਆਖਿਆ ਦੀ। ਇਹ ਸੀ ਪ੍ਰਸੰਗ, ਫਿਰ ਉਸ ਤੋਂ ਬਾਅਦ ਵਿਆਖਿਆ ਲਿਖਣਾ ਹੁੰਦਾ, ਵਿਆਖਿਆ ਕਰਨੀ ਹੁੰਦੀ ਹੈ ਇਹਨਾਂ ਕਾਵ ਸਤਰਾਂ ਦੀ। ਜਿਵੇਂ ਵਿਆਖਿਆ ਕਰਦੇ ਹਾਂ ਵੀ ਸਮਾਜਵਾਦ ਕਹਿੰਦਾ ਹੈ ਕਿ ਉਸ ਦੇ ਮਿਟਾਵਨ ਲਈ ਸਮਾਜਵਾਦੀਆਂ ਰਾਜਿਆਂ ਵੱਲੋਂ ਬੇਅੰਤ ਕੋਸ਼ਿਸ਼ਾਂ ਕੀਤੀਆਂ ਗਈਆਂ ਤੇ ਆਸ਼ਾਵਾਂ ਦੀ ਉਗਦੀ ਹੋਈ ਇੱਕ ਕੋਮਲ ਵੇਲ ਨੂੰ ਜ਼ੁਲਮ ਰੂਪੀ ਪੈਰਾਂ ਹੇਠ ਮਦੋਲਣ ਲਈ ਬੜੇ ਯਤਨ ਕੀਤੇ ਗਏ। ਇਸ ਤਰ੍ਹਾਂ ਉਸ ਨੂੰ ਖਤਮ ਕਰਨ ਲਈ ਬਹੁਤ ਹੀ ਯਤਨ ਕੀਤੇ ਗਏ। 1917 ਵਿੱਚ ਰੂਸ ਜਦੋਂ ਆਇਆ, ਉਸਦੇ ਜਨਮ ਲੈਣ ਤੋਂ ਪਹਿਲਾਂ ਹੀ, ਠੀਕ ਹੈ, ਵੀ ਇਹਦੇ ਚ ਕੀ ਆ, ਰੂਸ ਦੀ ਗੱਲ ਕੀਤੀ ਆ ਵੀ 1917 ਵਿੱਚ ਰੂਸ ਵਿੱਚ ਉਸਦੇ ਜਨਮ ਲੈਣ ਤੋਂ ਪਹਿਲਾਂ ਹੀ ਕੀ ਹੋਣ ਲੱਗ ਗਿਆ ਸੀ। ਇੱਕ ਜੋਸ਼ੀ ਭਾਵ ਕਾਰਨ ਮਾਰਕਸ ਇਹ ਕਹਿੰਦਾ ਰਿਹਾ ਕਿ ਇਸ ਦੇ ਹੱਥੋਂ ਮਹਾਰਾਣੀ ਰੂਪੀ ਭਾਵ ਸਰਮਾਏਦਾਰੀ ਦੀ ਮੌਤ ਹੋਣੀ ਹੈ। ਕਿਹਦੇ ਹੱਥੋਂ? ਸਮਾਜਦਾਰੀ ਹੱਥੋਂ, ਠੀਕ ਹੈ, ਸਰਮਾਏਦਾਰੀ ਦੀ ਮੌਤ ਹੋਣੀ ਹੈ। ਇਸ ਕਰਕੇ ਅੱਗੇ ਲਿਖਦੇ ਆ, ਜਨਮ ਤੋਂ ਪਹਿਲਾਂ ਮੇਰੇ ਇੱਕ ਜੋਸ਼ੀ ਕਹਿੰਦਾ ਰਿਹਾ, ਇਸ ਦੇ ਹੱਥੋਂ ਹੈ ਮਹਾਰਾਣੀ ਦੀ ਮੌਤ, ਇਸ ਲਈ ਰਾਣੀ ਦੇ ਰਾਖੇ ਭਾਵ ਰਾਖੀ ਕਰਨ ਵਾਲੇ ਰਖਵਾਲੇ, ਠੀਕ ਹੈ, ਰਾਖੀ ਕਰਨ ਵਾਲੇ ਰਖਵਾਲੇ, ਉਸਦੇ ਗੋਲੇ ਤੇ ਵਜ਼ੀਰ, ਉਸਦੇ ਕੁੱਤੇ, ਉਸਦੇ ਦਾਰੂਗੀਰ ਤੇ ਉਸਦੇ ਫਕੀਰ। ਜਨਮ ਦੇ ਦਿਨ ਹੀ ਮੇਰੇ ਮਾਰਨ ਲਈ ਆਈ ਇੱਕ ਵਹੀਰ ਭਾਵ ਇਕੱਠ, ਸੈਂਕੜੇ ਜਮ ਰੂਪ ਤੋਪਾਂ ਗੋਲੀਆਂ ਫੌਜਾਂ ਦੇ ਨਾਲ ਬਣ ਕੇ ਆਏ ਮੇਰੇ ਕਾਲ, ਠੀਕ ਹੈ। ਤਾਂ ਇਹਦੇ ਚ ਕੀ ਕਹਿੰਦਾ? ਸਾਮਰਾਜ, ਇਸ ਕਰਕੇ ਹੀ ਕਹਿੰਦੇ ਉਸਦੇ ਜਨਮ ਤੋਂ ਹੀ ਉਸਨੂੰ ਕੀ ਆ, ਮਾਰਨ ਲਈ ਸਰਮਾਏਦਾਰੀ ਦੇ ਜਿਹੜੇ ਰਾਖੇ, ਗੋਲੇ, ਵਜ਼ੀਰ, ਉਸਦੇ ਰੱਖੇ ਕੁੱਤੇ, ਫਕੀਰ ਤੇ ਉਸਦੀ ਸਿਹਤ ਦਾ ਖਿਆਲ ਰੱਖਣ ਵਾਲੇ ਇੱਕ ਵਹੀਰ ਘੱਟ ਕੇ ਤੁਰ ਪਏ ਹਨ। ਵਹੀਰ ਭਾਵ ਕਾਫਲਾ, ਠੀਕ ਹੈ, ਤੁਰਦਾ ਇਕੱਠ, ਵੀ ਇਹ ਸਾਰੇ ਇਕੱਠੇ ਹੋ ਕੇ ਚੱਲ ਪਏ ਹਨ। ਉਹ ਸੈਂਕੜੇ ਜਮਰੂਪ ਤੋਪਾਂ ਗੋਲੀਆਂ ਲੈ ਕੇ ਉਸਨੂੰ ਮਾਰ ਲਈ ਆਏ, ਪਰ ਉਸਨੂੰ ਨਿਰਾਸ਼ਤਾ ਦਾ ਮੂੰਹ ਦੇਖਣਾ ਪਿਆ। ਵੀ ਉਹਨਾਂ ਨੂੰ ਭਾਵ ਸਰਮਾਏਦਾਰੀ ਲੋਕਾਂ ਨੂੰ ਨਿਰਾਸ਼ਤਾ ਦਾ ਮੂੰਹ ਵੇਖਣਾ ਪਿਆ। ਸਾਜ਼ਿਸ਼ੀ ਲੋਹੇ ਦੀ ਇੱਕ ਦੀਵਾਰ ਬਣਾਈ ਗਈ, ਘੇਰਿਆ ਵੱਖ-ਵੱਖ ਮੁਲਕ ਗੁੱਸੇ ਦੀਆਂ ਕੜੀਆਂ ਦੇ ਨਾਲ। ਖੂਬ ਹੋਈਆਂ ਕੋਸ਼ਿਸ਼ਾਂ ਮੇਰੇ ਮਿਟਾਵਨ ਦੇ ਲਈ, ਪਰ ਮੇਰੀ ਪਰਵਿਸ਼ ਵੀ ਇੱਕ ਪੂਰਨ ਮਰਦ ਕਰਦਾ ਰਿਹਾ। ਜ਼ੁਲਮ ਦੀ ਅਗਨੀ ਨੂੰ ਉਹ ਹਰ ਦਮ ਸਰਦ ਕਰਦਾ ਰਿਹਾ। ਉਹ ਸਦਾ ਮੇਰੇ ਲਈ ਜੀਂਦਾ ਰਿਹਾ, ਮਰਦਾ ਰਿਹਾ, ਕੌਮ ਦੀ ਰਗ-ਰਗ 'ਚ ਜੀਵਨ ਦਾ ਲਹੂ ਭਰਦਾ ਰਿਹਾ। ਤਾਂ ਇਹਨਾਂ ਸਤਰਾਂ 'ਚ ਕੀ ਕਹਿੰਦਾ? ਸਮਾਜਵਾਦ ਆਪਣੇ ਦੁਸ਼ਮਣਾਂ ਦੇ ਮਾਰੂ ਯਤਨਾਂ ਤੇ ਪਾਲਣਹਾਰ ਲੇਲਨ ਦਾ ਜ਼ਿਕਰ ਕਰਦਾ ਇਹਨਾਂ ਸਤਰਾਂ ਵਿੱਚ ਉਹ। ਤਾਂ ਇਸ 'ਚ ਸਮਾਜਵਾਦ ਕਹਿੰਦਾ ਉਸ ਨੂੰ ਮਾਰਨ ਵਾਲੇ ਸਰਮਾਏਦਾਰੀਆਂ ਦੇ ਹੱਥ ਠੋਕਿਆਂ ਨੇ ਸਾਜ਼ਿਸ਼ ਬਣਾ ਕੇ ਇੱਕ ਕਿਸਮ ਦੀ ਲੋਹੇ ਦੀ ਦੀਵਾਰ ਬਣਾਈ ਅਤੇ ਵੱਖ-ਵੱਖ ਮੁਲਕਾਂ ਨੂੰ ਗੁੱਸੇ ਦੀਆਂ ਕੜੀਆਂ ਨਾਲ ਘੇਰ ਲਿਆ ਤੇ ਇਸ ਤਰ੍ਹਾਂ ਮਾਰ ਲਈ ਖੂਬ ਕੋਸ਼ਿਸ਼ਾਂ ਹੁੰਦੀਆਂ ਰਹੀਆਂ, ਪਰ ਇੱਕ ਪੂਰਨ ਪੁਰਖ ਅਰਥਾਤ ਉਹ ਕੀ ਹੈ ਪੂਰਨ ਪੁਰਖ ਲੈਨਿਨ ਉਸ ਦੀ ਕੀ ਆ ਪਾਲਣਾ ਕਰਦਾ ਰਿਹਾ ਅਤੇ ਹਰ ਸਮੇਂ ਜ਼ੁਲਮ ਦੀ ਅੱਗ ਨੂੰ ਠੰਡੀ ਕਰਦਾ ਰਿਹਾ। ਉਹ ਸਦਾ ਹੀ ਉਸ ਦੇ ਲਈ ਜਿਉਂਦਾ ਤੇ ਉਸ ਲਈ ਮਰਦਾ ਰਿਹਾ ਅਤੇ ਕੌਮ ਦੀ ਰਗ ਰਗ ਵਿੱਚ ਜੀਵਨ ਲਹੂ ਦਾ ਸੰਚਾਰ ਭਰਦਾ ਰਿਹਾ। ਅੱਗੇ ਦਾੜੀਆਂ ਦੇ ਜਲਜਲੇ ਆਏ, ਸਲੀਬਾਂ ਦੇ ਤੂਫਾਨ
तीर लैके वेद उठे, लैके तलवारां कुरान, कीते प्रचारां दे खंजर तेज, खूब अजील ने जन्म नूं मेरे किहा, कारीगरी शैतान दी, मौत है ईमान दी। ਤਾਂ ਹੁਣ ਇਹਦੇ 'ਚ ਕੀ ਕਿਹਾ, ਜਲਜਲੇ ਤੋਂ ਭਾਵ ਕੀ ਆ, ਭੁਚਾਲ ਲਿਆਉਣਾ। ਸਲੀਬਾ ਤੋਂ ਭਾਵ ਸਲੀਬ ਭਾਵ ਪਾਦਰੀ। ਵੇਦ, 4 ਵੇਦ ਆ ਜਿਹੜੇ ਹੋਏ ਆਪਣੇ, ਉਹਨਾਂ ਦੀ ਗੱਲ ਕੀਤੀ ਆ। ਕੁਰਾਨ ਮੁਸਲਮਾਨਾਂ ਦਾ ਜਿਹੜਾ ਧਰਮ ਗ੍ਰੰਥ ਆ, ਅਜੀਲ ਈਸਾਈਆਂ ਦਾ ਧਰਮ ਗ੍ਰੰਥ। ਠੀਕ ਹੈ, ਹੁਣ ਇਹਦੇ 'ਚ ਕੀ ਦੱਸਿਆ ਕਵੀ ਨੇ? ਕਵੀ ਕਹਿੰਦਾ ਵੀ ਸਮਾਜਵਾਦ, ਕਵੀ ਨਹੀਂ ਇਹਦੇ 'ਚ ਸਮਾਜਵਾਦ ਕਹਿੰਦਾ ਹੈ ਕਿ ਉਸ ਨੂੰ ਖਤਮ ਕਰਨ ਲਈ ਦਾੜੀਆਂ ਵਾਲੇ ਮੌਲਵੀਆਂ ਨੇ ਇੱਕ ਭੁਚਾਲ ਲਿਆ ਦਿੱਤਾ ਤੇ ਸਲੀਬਾ ਵਿੱਚ ਵਿਸ਼ਵਾਸ ਰੱਖਣ ਵਾਲੇ ਪਾਦਰੀਆਂ ਨੇ ਵੀ ਇੱਕ ਤੂਫਾਨ ਖੜਾ ਕਰ ਦਿੱਤਾ। ਇਸ ਤਰ੍ਹਾਂ ਉਸ ਨੂੰ ਖਤਮ ਕਰਨ ਲਈ ਉਹਨਾਂ ਨੇ ਅਨੇਕਾਂ ਵਿਉਂਤਾਂ ਸੋਚੀਆਂ। ਵੇਦਾਂ ਨੂੰ ਮੰਨਣ ਵਾਲੇ ਪੰਡਿਤ ਉਸ ਦੇ ਵਿਰੁੱਧ ਤੀਰ ਲੈ ਕੇ ਉੱਠ ਪਏ ਅਤੇ ਕੁਰਾਨ ਨੂੰ ਮੰਨਣ ਵਾਲੇ ਮੌਲਵੀ ਤਲਵਾਰਾਂ ਲੈ ਕੇ ਉੱਠ ਪਏ। ਅਜੀਲ ਨੂੰ ਮੰਨਣ ਵਾਲੇ ਈਸਾਈਆਂ ਨੇ ਉਸ ਦੇ ਖਿਲਾਫ ਕੀਤਾ, ਪ੍ਰਚਾਰ ਦਾ ਖੰਜਰ ਤੇਜ਼ ਕਰ ਲਿਆ ਤੇ ਉਸ ਦੇ ਜਨਮ ਬਾਰੇ ਕਹਿਣ ਲੱਗੇ, ਇਹ ਰੱਬ ਤੋਂ ਮੁਨਕਰ ਸ਼ੈਤਾਨ ਦੀ ਪੈਦਾਵਾਰ ਹੈ ਅਤੇ ਇਸ ਨਾਲ ਧਰਮ ਦੀ ਮੌਤ ਹੋ ਜਾਵੇਗੀ। ਅੱਗੇ, ਮੇਰੇ ਪਲਕ ਰਿਸ਼ ਵੈਸੀ ਕਹਿ ਕੇ ਜਗ ਭੰਡੇ ਗਏ, ਕਹਿ ਕੇ ਆਦਮਖੋਰ ਕੀਤਾ ਸਬਰ ਹਰ ਅਖਬਾਰ ਨੇ, ਗਿਰਜਿਆਂ ਨੇ ਸੰਗ ਅੱਡੇ, ਮੌਤ ਹੈ ਈਸਾ ਦੀ ਇਹ, ਮਸਜਿਦਾਂ ਵਿੱਚ ਸ਼ੋਰ ਹੋਇਆ 14ਵੀਂ ਆਈ ਸਦੀ। ਤਾਂ ਇਹਦੇ 'ਚ ਕੀ ਕਿਹਾ ਉਹਨਾਂ ਨੇ? ਸਮਾਜਵਾਦ ਕਹਿੰਦਾ ਕਿ ਉਸ ਨੂੰ ਪਾਲਣ ਵਾਲੇ ਜਿਹੜੇ ਕੀ ਆ, ਇੱਥੇ ਕੀ ਆ, ਮੇਰੇ ਪਾਲਕ ਰਿਸ਼ ਵੈਸ਼ੀ, ਵੀ ਪਾਲਣ ਵਾਲੇ ਕੀ ਆ, ਰਿਸ਼ ਤੇ ਵੈਸ਼ੀ ਕਹਿ ਕੇ ਸੰਸਾਰ ਵਿੱਚ ਉਸ ਨੂੰ ਕੀ ਆ, ਭੰਡਿਆ ਗਿਆ। ਸਮਾਜਵਾਦ ਨੂੰ ਹਰ ਅਖਬਾਰ ਨੇ ਆਦਮਖੋਰ ਕਹਿ ਕੇ ਸਬਰ ਕੀਤਾ। ਗਿਰਜੇ ਸੰਗੇ ਪੜ ਕਹਿਣ ਲੱਗੇ ਕਿ ਇਹ ਤਾਂ ਈਸਾ ਮਸੀਹ ਦੀ ਮੌਤ ਹੈ ਅਤੇ ਮਸਜਿਦਾਂ ਨੇ ਰੌਲਾ ਪਾਇਆ ਵੀ ਕਿਆਮਤ ਵਾਲੀ 14ਵੀਂ ਸਦੀ ਆ ਗਈ ਹੈ। ਠੀਕ ਹੈ, ਵੀ ਉਹ ਨਹੀਂ ਚਾਹੁੰਦੇ ਸੀ ਕਿਉਂਕਿ ਵੀ ਸਮਾਜਵਾਦ ਆਵੇ। ਸਮਾਜਵਾਦ ਦੱਸਦਾ ਕਿ ਉਸ ਨੂੰ ਖਤਮ ਕਰਨ ਲਈ ਕਿਸ ਤਰ੍ਹਾਂ ਉਸ ਵਿਰੁੱਧ ਕੀ ਆ, ਪ੍ਰਚਾਰ ਕੀਤਾ ਗਿਆ। ਅੱਗੇ, ਮਿਲ ਕੇ ਸਭ ਉੱਠੇ ਹਨੇਰੇ ਲੈਸ ਹਥਿਆਰਾਂ ਦੇ ਨਾਲ, ਇੱਕ ਉੱਭਰਦਾ ਇੱਕ ਨਿਕਲਦਾ ਦਿਨ ਦਿਵਾਵਣ ਦੇ ਲਈ, ਖੂਬ ਹੋਈਆਂ ਕੋਸ਼ਿਸ਼ਾਂ ਮੇਰੇ ਮਿਟਾਵਣ ਦੇ ਲਈ, ਖੂਬ ਹੋਈਆਂ ਕੋਸ਼ਿਸ਼ਾਂ ਮੇਰੇ ਮਿਟਾਵਣ ਦੇ ਲਈ। ਤਾਂ ਇਹਦੇ ਚੋਂ ਕੀ ਕਹਿੰਦਾ ਵੀ ਇੰਜ ਹਨੇਰੇ ਦੀਆਂ ਸਾਰੀਆਂ ਸ਼ਕਤੀਆਂ ਹਥਿਆਰਾਂ ਨਾਲ ਲੈਸ ਹੋ ਕੇ ਉੱਠ ਪਈਆਂ ਤੇ ਉੱਭਰਦੇ ਦਿਲ ਨੂੰ ਦਬਾਉਣ ਲਈ ਤਿਆਰ ਹੋ ਗਈਆਂ। ਇਸ ਤਰ੍ਹਾਂ ਉਸ ਨੂੰ ਮਿਟਾਉਣ ਲਈ ਕੀ ਆ, ਹੱਦ ਤੋਂ ਜ਼ਿਆਦਾ ਕੋਸ਼ਿਸ਼ਾਂ ਕੀਤੀਆਂ ਗਈਆਂ। ਠੀਕ ਹੈ, 14ਵੀਂ ਆਈ ਸਦੀ ਭਾਵ ਇਸਲਾਮ ਆਉਣ ਨਾਲ, ਇਸਲਾਮ ਅਨੁਸਾਰ 14ਵੀਂ ਸਦੀ ਹੈ ਜਿਹੜੀ ਹਿਜਰੀ ਨੂੰ, ਸੂਰਜ ਸਵਾ ਨੇਜ਼ ਚਮਕੇਗਾ ਤੇ ਦੁਨੀਆ ਜਿਹੜੀ ਉਹ ਕੀ ਹੈ ਕਹਿੰਦੇ ਤਬਾਹ ਹੋ ਜਾਵੇਗੀ। ਤਾਂ ਇਸੇ ਤਰ੍ਹਾਂ ਇਹਨਾਂ ਨੇ ਕੀ ਕਿਹਾ ਵੀ ਸਮਾਜਵਾਦ ਆਉਣ ਨਾਲ ਉਹ ਕੀ ਹੈ, ਝੂਠਾ ਪ੍ਰਚਾਰ ਕਰ ਰਹੇ ਆ। ਸਰਮਾਏਦਾਰੀ ਲੋਕ ਆ ਜਿਹੜੇ, ਸਮਾਜਵਾਦ ਵਿਰੁੱਧ ਝੂਠਾ ਪ੍ਰਚਾਰ ਹੋ ਰਿਹਾ। ਅੱਗੇ, ਪਰ ਮੈਂ ਕੁਰਬਾਨੀ ਦੇ ਖੇਤਾਂ ਵਿੱਚ ਪਲਦਾ ਹੀ ਰਿਹਾ, ਰਾਤ ਫੁੱਲਦਾ ਹੀ ਰਿਹਾ, ਪ੍ਰਭਾਤ ਫਲਦਾ ਹੀ ਰਿਹਾ। ਮੇਰੀ ਜੀਵਨ ਰੋਸ਼ਨੀ ਵੱਧਦੀ ਗਈ, ਆਦਮੀ ਦਾ ਪਿਆਰ ਮੇਰੀ ਜ਼ਿੰਦਗੀ ਬਣਦਾ ਗਿਆ। ਦੂਸਰੇ ਪਾਸੇ ਮਹਾਰਾਣੀ ਦੇ ਸਾਹ ਘਟਦੇ ਗਏ, ਚਿਹਰਿਆਂ ਤੋਂ ਐਲਕਾਰਾਂ ਦਾ ਗਿਆ ਬੇਫਿਕਰ ਨੂਰ, ਸ਼ਾਹੀ ਦਰਬਾਰਾਂ ਦੀ ਰੌਣਕ ਤੇ ਉਦਾਸੀ ਛਾ ਗਈ, ਕੰਬਦੇ ਮਲੂਮ ਹੋਏ ਤਖਤ ਦੇ ਪਾਵੇ ਤਮਾਮ। ਤਾਂ ਹੁਣ ਇਹਦੇ 'ਚ ਕੀ ਕਿਹਾ, ਐਲਕਾਰਾਂ ਤੋਂ ਭਾਵ ਹੈ ਅਮੀਰ ਵਜ਼ੀਰ ਲੋਕ। ਠੀਕ ਹੈ, ਸਮਾਜਵਾਦ ਕੀ ਕਹਿੰਦਾ? ਸਮਾਜਵਾਦ ਕਹਿੰਦਾ ਕਿ ਉਹ ਦੁਸ਼ਮਣਾਂ ਦੀਆਂ ਸਾਜ਼ਿਸ਼ਾਂ ਦੇ ਬਾਵਜੂਦ ਕੁਰਬਾਨੀਆਂ ਦੇ ਖੇਤਾਂ ਵਿੱਚ ਕੀ ਆ, ਪਲਦਾ ਹੀ ਰਿਹਾ। ਉਹ ਰਾਤ ਦਿਨ ਵੱਧਦਾ ਫੁੱਲਦਾ ਹੀ ਰਿਹਾ। ਉਸਦੇ ਜੀਵਨ ਦੀ ਰੋਸ਼ਨੀ ਅੱਗੇ ਵੱਧਦੀ ਗਈ। ਆਦਮੀ ਦਾ ਪਿਆਰ ਕਹਿੰਦੇ ਉਸਦੀ ਜ਼ਿੰਦਗੀ ਬਣਦਾ ਗਿਆ। ਪਰ ਦੂਜੇ ਪਾਸੇ ਕਹਿੰਦੇ ਮਹਾਰਾਣੀ ਰੂਪੀ ਸਰਮਾਏਦਾਰੀ ਦੇ ਸਾਹ ਘਟਦੇ ਗਏ ਤੇ ਉਸਦੇ ਅਹਿਲਕਾਰ ਭਾਵ ਜਿਹੜੇ ਵਜ਼ੀਰ, ਅਮੀਰ ਵਜ਼ੀਰ ਸੀਗੇ, ਉਹਨਾਂ ਦੇ ਚਿਹਰਿਆਂ ਤੋਂ ਕੀ ਆ, ਬੇਫਿਕਰੀ ਦਾ ਨੂਰ ਲੱਥਦਾ ਗਿਆ। ਸ਼ਾਹੀ ਦਰਬਾਰਾਂ ਦੀ ਰੌਣਕ ਆ ਜਿਹੜੀ ਉਹ ਮੱਠੀ ਪੈ ਗਈ ਤੇ ਤਖਤਾਂ ਦੇ ਸਾਰੇ ਪਾਵੇ ਕੰਬਦੇ ਦਿਖਾਈ ਦਿੱਤੇ। ਇਸ ਤਰ੍ਹਾਂ ਉਸਦੇ ਦੁਸ਼ਮਣਾਂ ਦਾ ਕੀ ਆ, ਵਿਨਾਸ਼ ਆਰੰਭ ਹੋ ਗਿਆ। ਅੱਗੇ, ਕੰਬਦੇ ਲਰਜ਼ਦੇ ਬੁੱਲਾਂ ਤੋਂ ਆਈ ਫਿਰ ਆਵਾਜ਼, ਕੀ ਬਚਾ ਦੀ ਕੋਈ ਸੂਰਤ ਹੀ ਨਹੀਂ, ਕੀ ਕੋਈ ਐਸਾ ਬਹਾਦਰ ਹੀ ਨਹੀਂ ਦਰਬਾਰ ਵਿੱਚ, ਕਿ ਕਿਸੇ ਤਲਵਾਰ ਦੀ ਤੇਜ਼ੀ 'ਚ ਹੈ ਮੇਰਾ ਬਚਾ। ਹੀਰਿਆਂ ਤੇ ਮੁੱਲ ਤੋਂ ਵੀ ਕੀ ਨਹੀਂ ਮਿਲਦੀ ਦਵਾ, ਕਿ ਕੋਈ ਐਸੇ ਫੱਫੇ ਕੁੱਟਣੀ ਨਹੀਂ, ਜੋ ਕਿ ਉਸ ਬੱਚੇ ਨੂੰ ਦੇਵੇ ਜ਼ਹਿਰ ਜਾ ਕੇ। ਤਾਂ ਇਸ 'ਚ ਕੀ ਕਹਿੰਦਾ, ਸਮਾਜਵਾਦ ਦੱਸਦਾ
ਵੀ ਸਮਾਜਵਾਦ ਕੀ ਦੱਸਦਾ ਵੀ ਕਿਸ ਤਰ੍ਹਾਂ ਉਸਦੀਆਂ ਜਿੱਤਾਂ ਦੇਖ ਕੇ ਹਾਰ ਰਿਹਾ ਉਸਦਾ ਦੁਸ਼ਮਣ ਜਿਹੜਾ ਉਹ ਬੁਰੀ ਤਰ੍ਹਾਂ ਘਬਰਾ ਗਿਆ। ਤਾਂ ਸਮਾਜਵਾਦ ਦੱਸਦਾ ਵੀ ਹਾਰ ਰਹੇ ਉਸਦੇ ਦੁਸ਼ਮਣਾਂ ਦੇ ਕੰਮ ਦੇ ਬੁੱਲ੍ਹਾਂ ਚੋਂ ਨਿਕਲ ਰਹੀ ਆਵਾਜ਼ ਇਹ ਪੁੱਛਣ ਲੱਗੀ ਕਿ ਕੀ ਉਸਦੇ ਬਚਾਅ ਦੀ ਹੁਣ ਕੋਈ ਸੂਰਤ ਨਹੀਂ, ਕਿ ਉਸਦੇ ਦਰਬਾਰ ਵਿੱਚ ਅਜਿਹਾ ਕੋਈ ਬਹਾਦਰ ਨਹੀਂ ਜੋ ਉਸਨੂੰ ਬਚਾ ਕਰ ਸਕੇ, ਕਿ ਕਿਸੇ ਦੀ ਤਲਵਾਰ ਦੀ ਧਾਰ ਉਸਨੂੰ ਬਚਾ ਨਹੀਂ ਸਕਦੀ, ਕਿ ਇਸ ਦਾ ਇਲਾਜ ਹੀਰਿਆਂ ਦੇ ਮੁੱਲ ਨਾਲ ਵੀ ਪ੍ਰਾਪਤ ਨਹੀਂ ਕਰ ਸਕਦਾ, ਕਿ ਕੋਈ ਅਜਿਹੇ ਫਫੇ ਕੁੱਟਣੀ ਨਹੀਂ ਜੋ ਇਸ ਨਵ ਜੰਮੇ ਬੱਚੇ ਨੂੰ ਜ਼ਹਿਰ ਦੇ ਕੇ ਮਾਰ ਦੇਵੇ। ਵਿਭਾਵ ਉਹ ਕੀ ਆ, ਜਿਹੜੇ ਸਰਮਾਏਦਾਰੀ ਲੋਕ ਸੀ ਉਹ ਕੀ ਸੀ, ਉਹ ਸਮਾਜਵਾਦ ਤੋਂ ਡਰਦੇ ਸੀ। ਇਸ ਕਰਕੇ ਉਹ ਕੀ ਆ, ਵਿਉਂਤਾ ਵੀ ਇੱਥੇ ਪ੍ਰਸ਼ਨ ਚਿੰਨ੍ਹ ਕੀਤਾ ਗਿਆ ਹਰ ਲਾਈਨ ਦੇ ਬਾਅਦ, ਵੀ ਉਹ ਪੁੱਛ ਰਿਹਾ ਵੀ ਕੋਈ ਸਵਾਲ ਵੀ ਦੁਸ਼ਮਣਾਂ ਦੇ ਕੰਮ ਦੇ ਬੁੱਲਾਂ 'ਚ ਇਹੋ ਜਿਹੀਆਂ ਆਵਾਜ਼ਾਂ ਨਿਕਲ ਰਹੀਆਂ ਸੀਗੀਆਂ ਜਿਹਦੇ ਕਰਕੇ ਉਹ ਕੀ ਆਪਣੇ ਬਚਾਉਣ ਦੀ ਕੋਈ ਨਾ ਕੋਈ ਸੂਰਤ ਲੱਭ ਰਹੇ ਸੀਗੇ। ਅੱਗੇ ਲਿਖਦੇ ਹਾਂ, ਫੇਰ ਹੋਈਆਂ ਕੋਸ਼ਿਸ਼ਾਂ ਮੇਰੇ ਮਿਟਾਉਣ ਦੇ ਲਈ, ਫੇਰ ਉੱਠੇ ਕੁਛ ਦੀਵਾਨੇ ਮਰਦੀ ਰਾਣੀ ਵਾਸਤੇ, ਆਦਮੀ ਦੇ ਖੂਨ ਨੂੰ ਅੰਮ੍ਰਿਤ ਬਣਾਉਣ ਦੇ ਲਈ, ਇੱਕ ਬੁਢਾਪੇ ਨੂੰ ਬਚਾਉਣ ਦੇ ਲਈ, ਫੇਰ ਹੋਈਆਂ ਕੋਸ਼ਿਸ਼ਾਂ ਮੇਰੇ ਮਿਟਾਉਣ ਦੇ ਲਈ, ਕੁਝ ਪੁਰਾਣੇ ਨਾ ਜਿਹੇ ਬਦਲ ਗਏ ਅਸਲ ਪਰ ਉਹ ਹੋ ਰਹੇ। ਤਾਂ ਇਸ 'ਚ ਕਵੀ ਜਿਹੜਾ ਸਮਾਜਵਾਦ ਆ ਉਹ ਕੀ ਦੱਸਦਾ ਵੀ ਮਰਦੀ ਸਰਮਾਏਦਾਰੀ ਨੂੰ ਬਚਾਉਣ ਲਈ ਕਿਸ ਤਰ੍ਹਾਂ ਵਾਰ-ਵਾਰ ਕੋਸ਼ਿਸ਼ਾਂ ਕੀਤੀਆਂ ਗਈਆਂ। ਤਾਂ ਸਮਾਜਵਾਦ ਕਹਿੰਦਾ ਕਿ ਉਸਨੂੰ ਸਮਾਜਵਾਦ ਨੂੰ ਖਤਮ ਕਰਨ ਲਈ ਮੁੜ ਬਹੁਤ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ, ਫੇਰ ਹੋਈਆਂ ਕੋਸ਼ਿਸ਼ਾਂ ਮੇਰੇ ਮਿਟਾਉਣ ਦੇ ਲਈ, ਵੀ ਸਮਾਜਵਾਦ ਨੂੰ ਖਤਮ ਕਰਨ ਲਈ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ। ਫੇਰ ਉੱਠੇ ਕੁਝ ਦੀਵਾਨੇ ਮਰਦੀ ਰਾਣੀ ਵਾਸਤੇ, ਵੀ ਹੁਣ ਜਿਹੜੇ ਹਿਟਲਰ ਤੇ ਜਿਹੜੇ ਹੋਰ ਸੀਗੇ ਦੀਵਾਨੇ, ਮਿਸੋਲੀਨੀ ਵਰਗੇ ਦੀਵਾਨੇ ਫਿਰ ਮਰ ਰਹੀ ਸਰਮਾਏਦਾਰੀ ਰੂਪ ਰਾਣੀ ਨੂੰ ਬਚਾਉਣ ਲਈ ਉੱਠੇ। ਉਹ ਮਰ ਰਹੀ ਰਾਣੀ ਨੂੰ ਮਾਰਨੋਂ ਬਚਾਉਣ ਲਈ, ਉਸਨੂੰ ਜਿਹੜੀ ਰਾਣੀ ਸੀਗੀ ਉਹਨਾਂ ਦੀ, ਉਸਨੂੰ ਮਾਰਨੋਂ ਬਚਾਉਣ ਲਈ ਆਦਮੀ ਦੇ ਖੂਨ ਨੂੰ ਬਹਾਉਣ ਲੱਗੇ ਤੇ ਇਸ ਤਰ੍ਹਾਂ ਇੱਕ ਬੁੱਢੇ ਸਰੀਰ ਨੂੰ ਬਚਾਉਣ ਦਾ ਯਤਨ ਕਰਨ ਲੱਗੇ। ਇਸ ਉਦੇਸ਼ ਲਈ ਉਹਨਾਂ ਨੇ ਕੀ ਆ, ਕੁਝ ਪੁਰਾਣੇ ਨਾਵਾਂ ਨੂੰ ਬਦਲ ਦਿੱਤਾ ਪਰ ਅੰਦਰੋਂ ਉਹ ਪਹਿਲਾਂ ਵਾਲੇ ਲੁਟੇਰੇ ਹੀ ਰਹੇ। ਕੁਝ ਪੁਰਾਣੇ ਨਾਂ ਜਿਹੇ ਬਦਲ ਗਏ ਅਸਲ ਪਰ ਉਹ ਹੋ ਰਹੇ, ਵੀ ਉਹਨਾਂ ਨੇ ਭਾਵੇਂ ਨਾਮਾਂ ਨੂੰ ਬਦਲ ਦਿੱਤਾ ਪਰ ਅੰਦਰੋਂ ਉਹ ਪਹਿਲਾਂ ਵਾਲੇ ਲੁਟੇਰੇ ਹੀ ਰਹੇ। ਇਸ ਤਰ੍ਹਾਂ ਉਹਨਾਂ ਨੇ ਉਸ ਨੂੰ ਮਾਰਨ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ। ਅੱਗੇ, ਅਰਿਆਈ ਨਸਲ ਦਾ ਆਇਆ ਤੂਫਾਨ, ਇੱਕ ਹਨੇਰੀ ਤੇਜ ਕਾਲੇ ਰੋਮ ਦੀ, ਪੀਲਾ ਹੜ ਇੱਕ ਏਸ਼ੀਆਈ ਜੋਸ਼ ਦਾ, ਪਰਦਿਆਂ ਵਿੱਚ ਸਭ ਦੇ ਰਾਣੀ ਦਾ ਬਚਾਅ ਨਾ। ਅੱਗੇ, ਨਾਰਿਆਂ ਤੋਂ ਅਰਸ਼ ਕੰਬਾਇਆ ਗਿਆ, ਨਸਲ ਦਾ ਨਾਂ ਲੈ ਕੇ ਹਰ ਇੱਕ ਜੀਵ ਭੜਕਾਇਆ ਗਿਆ, ਹੱਥ ਆਏ ਦੂਸਰੇ ਫਿਰਕੇ ਨੂੰ ਮਰਵਾਇਆ ਗਿਆ। ਤੇ ਇਹਦੇ ਚ ਕੀ ਆ, ਸਮਾਜਵਾਦ ਕਹਿੰਦਾ ਵੀ ਉਸ ਨੂੰ ਖਤਮ ਕਰਨ ਲਈ ਜਰਮਨੀ ਵਿੱਚ ਹਿਟਲਰ ਅਰਿਆਨੀ ਨਸਲ ਦੇ ਸਭ ਤੋਂ ਉੱਚੇ ਹੋਣ ਦਾ ਇੱਕ ਤੂਫਾਨ ਖੜਾ ਕਰ ਦਿੱਤਾ ਤੇ ਰੋਮ ਵਿੱਚ ਕੀ ਆ, ਰੋਮਨ ਸੱਭਿਅਤਾ ਨੂੰ ਉੱਚੀ ਦੱਸ ਕੇ ਉਸ ਦੀ ਉੱਚਤਾ ਦਾ ਨਾਰਾ ਲਾਉਂਦਿਆਂ ਕਾਲੀ ਕਮੀਜ਼ ਦੀ ਲਹਿਰ ਚਲਾਈ। ਏਸ਼ੀਆ ਦੇ ਜਾਪਾਨ ਵਿੱਚ ਸਮਾਜਵਾਦ ਦਾ ਇੱਕ ਪੀਲਾ ਹੜ ਚੱਲਿਆ ਤੇ ਇਸ ਪਰਦੇ ਹੇਠ ਸਾਰੇ ਰਲ ਕੇ ਅੰਦਰੇ ਖਾਨੇ ਰਾਣੀ ਦਾ ਬਚਾਅ ਕਰਨ ਲੱਗੇ। ਅੱਗੇ, ਨਸਲ ਦਾ ਨਾਂ ਲੈ ਕੇ ਹਰ ਜੀਵ ਭੜਕਾਇਆ ਗਿਆ, ਹੱਥ ਆਏ ਦੂਸਰੇ ਫਿਰਕੇ ਨੂੰ ਮਰਵਾਇਆ ਗਿਆ। ਵੀ ਕਹਿੰਦੇ ਉਹਨਾਂ ਨੇ ਕੀ ਕੀਤਾ, ਨਾਰਿਆਂ ਨਾਲ ਅਸਮਾਨ ਨੂੰ ਕੰਬਾਇਆ ਤੇ ਨਸਲਾਂ ਦਾ ਨਾਂ ਲੈ ਕੇ ਇੱਕ ਦੂਜੇ ਬੰਦੇ ਨੂੰ, ਨਸਲਾਂ ਦੇ ਨਾਂ ਹੇਠ ਇੱਕ ਬੰਦੇ ਨੂੰ ਦੂਜੇ ਬੰਦੇ ਦੇ ਉਲਟ ਖੂਬ ਭੜਕਾਇਆ ਗਿਆ ਅਤੇ ਇਸ ਪ੍ਰਕਾਰ ਹੱਥ ਆਏ ਹਰ ਦੂਸਰੇ ਫਿਰਕੇ ਦੇ ਬੰਦਿਆਂ ਨੂੰ ਮਾਰਿਆ ਗਿਆ। ਅੱਗੇ, ਹੱਥ ਆਏ ਦੂਸਰੇ ਘਰਾਂ 'ਚ ਸੜਵਾਇਆ ਗਿਆ, ਮੇਰੇ ਹਾਮੀ ਰਸਤਿਆਂ ਵਿੱਚ ਕਤਲ ਕਰਵਾਏ ਗਏ, ਬੇਗੁਨਾਹ ਫਾਂਸੀ ਤੇ ਲਟਕਾਏ ਗਏ, ਕੈਦ ਵਿੱਚ ਲੱਖਾਂ ਜਿਸਮ ਗਾਲੇ ਗਏ। ਵੀ ਉਹ ਅੱਗੇ ਲਿਖਦਾ, ਸਮਾਜਵਾਦ ਕਹਿੰਦਾ ਵੀ ਕਹਿੰਦੇ ਨਾਰਿਆਂ ਨਾਲ ਜਿਹੜਾ ਆਸਮਾਨ ਕੰਬਾਇਆ ਗਿਆ ਸੀ ਤੇ ਨਸਲਾਂ ਦੇ ਨਾਂ ਹੇਠ ਇੱਕ ਬੰਦੇ ਨੂੰ ਦੂਜੇ ਦੇ ਵਿਰੁੱਧ ਕੀ ਭੜਕਾਇਆ ਗਿਆ ਸੀ। ਇਸ ਪ੍ਰਕਾਰ ਹੱਥ ਆਏ ਹਰ ਦੂਸਰੇ ਫਿਰਕੇ ਦੇ ਬੰਦਿਆਂ ਨੂੰ ਮਾਰਿਆ ਗਿਆ ਤੇ ਉਹਨਾਂ ਨੂੰ ਘਰਾਂ ਵਿੱਚ ਹੀ ਸਾੜ ਦਿੱਤਾ ਗਿਆ। ਸਮਾਜਵਾਦ ਦੇ ਹਾਮੀ ਰਾਹਾਂ ਵਿੱਚ ਹੀ ਮਾਰ ਦਿੱਤੇ ਗਏ, ਜਿਹਦੇ ਕਰਕੇ ਕੀ ਹੋਇਆ ਵੀ ਉਹਨਾਂ ਨੂੰ ਕੀ ਹੈ, ਮੇਰਾ ਹਰ ਹੁਲੀਆ ਤਬਾਹ ਕੀਤਾ ਗਿਆ। ਇੱਕ ਬੁਢਾਪੇ ਨੂੰ ਬਚਾਉਣ ਦੇ ਲਈ ਬਾਗ ਕਰ ਦਿੱਤੇ ਕਿੰਨੇ ਵੀਰਾਨ, ਖੇਤ ਕਰ ਦਿੱਤੇ ਕਿੰਨੇ ਤਬਾਹ।
ਵੀ ਉਹ ਕੀ ਕਹਿੰਦਾ, ਕਹਿੰਦਾ ਵੀ ਉਸਦੇ ਬੇਗੁਨਾਹ ਸਾਥੀਆਂ ਨੂੰ ਫਾਂਸੀਆਂ ਤੇ ਲਟਕਾਇਆ ਗਿਆ ਤੇ ਜਿਸਮਾਂ ਨੂੰ ਕੈਦ ਵਿੱਚ ਸੁੱਟ ਕੇ ਗਾਲਿਆ ਗਿਆ। ਜਿਸ ਕਾਗਜ਼ ਉੱਪਰ ਵੀ ਉਸ ਦਾ ਨਾਂ ਦਿਸਿਆ ਉਸ ਨੂੰ ਸਾੜ ਦਿੱਤਾ ਗਿਆ ਤੇ ਇਸ ਪ੍ਰਕਾਰ ਉਸ ਦਾ ਹੁਲੀਆ ਹੀ ਤਬਾਹ ਕਰ ਦਿੱਤਾ ਗਿਆ। ਅੱਗੇ, ਟੈਂਕ ਲੜਵਾਏ ਗਏ ਟੈਂਕਾਂ ਦੇ ਨਾਲ ਜਿੱਦਾਂ ਲੜਦੇ ਨੇ ਪਹਾੜ ਭੀੜਿਆਂ ਲੋਹੇ ਨਾਲ ਲੋਹਾ ਇਸ ਤਰ੍ਹਾਂ, ਬਿਜਲੀਆਂ ਟਕਰਾਉਣ ਅਰਸ਼ੀ ਜਿਸ ਤਰ੍ਹਾਂ, ਫੌਜ ਤੇ ਫੌਜਾਂ ਦੇ ਹੱਲੇ ਇਸ ਤਰ੍ਹਾਂ, ਗਰਜਦੇ ਨੇ ਕਾਲੇ ਬੱਦਲ ਜਿਸ ਤਰ੍ਹਾਂ। ਵੀ ਕਹਿੰਦੇ ਉਹ ਕੀ ਹੈ, ਕਹਿੰਦੇ ਬੇਹਿਸਾਬ ਖੇਤ ਤਬਾਹ ਕੀਤੇ ਗਏ ਸੀ। ਸਮਾਜਵਾਦ ਦੱਸਦਾ ਕਿ ਕਹਿੰਦੇ ਜਦੋਂ ਦੂਜੀ ਸੰਸਾਰ ਜੰਗ ਵਿੱਚ ਉਹ ਬੁੱਢੀ ਹੋ ਚੁੱਕੀ ਸਰਮਾਏਦਾਰੀ ਨੂੰ ਬਚਾਉਣ ਲਈ ਕੀ ਕਰਦੇ ਸੀ, ਬੇਅੰਤ ਘੁੱਕ ਵਸਦੇ ਸ਼ਹਿਰਾਂ ਅਤੇ ਬਾਗਾਂ ਨੂੰ ਵੀ ਤਬਾਹ ਕਰ ਦਿੱਤਾ ਸੀ। ਬੇਹਿਸਾਬ ਖੇਤ ਤਬਾਹ ਕਰ ਦਿੱਤੇ ਗਏ ਸੀ। ਟੈਂਕਾਂ ਨੂੰ ਟੈਂਕਾਂ ਨਾਲ ਇਸ ਤਰ੍ਹਾਂ ਪੜਾਇਆ ਗਿਆ, ਇਸ ਤਰ੍ਹਾਂ ਲੜਾਇਆ ਗਿਆ ਜਿਸ ਤਰ੍ਹਾਂ ਕਿ ਆ ਪਹਾੜ ਆਪਸ ਵਿੱਚ ਭਿੜ ਰਹੇ ਹੋਣ। ਭਿੜਿਆ ਲੋਹੇ ਨਾਲ ਲੋਹਾ ਇਸ ਤਰ੍ਹਾਂ, ਬਿਜਲੀਆਂ ਟਕਰਾਉਣ ਅਰਸ਼ੀ ਜਿਸ ਤਰ੍ਹਾਂ। ਵੀ ਕਹਿੰਦੇ ਜਿਹੜੇ ਲੋਹੇ ਦੇ ਹਥਿਆਰ ਇੱਕ ਦੂਸਰੇ ਨਾਲ ਇਸ ਤਰ੍ਹਾਂ ਟਕਰਾਏ ਜਿਸ ਤਰ੍ਹਾਂ ਅਸਮਾਨੀ ਬਿਜਲੀਆਂ ਟਕਰਾਉਂਦੀਆਂ ਹਨ। ਫਲਸਰੂਪ ਕੀ ਆ ਵੀ ਇਹਦੇ ਨਾਲ ਭਿਆਨਕ ਤਬਾਹੀ ਮਚ ਗਈ। ਫੌਜ ਤੇ ਫੌਜਾਂ ਦੇ ਹੱਲੇ ਇਸ ਤਰ੍ਹਾਂ, ਗਰਜਦੇ ਨੇ ਕਾਲੇ ਬੱਦਲ ਜਿਸ ਤਰ੍ਹਾਂ। ਵੀ ਇਹਦੇ ਚ ਕੀ ਕਹਿੰਦਾ ਸਮਾਜਵਾਦ, ਕਹਿੰਦਾ ਵੀ ਕਹਿੰਦੇ ਫੌਜ ਤੇ ਫੌਜਾਂ ਦੇ ਹੱਲੇ ਇਸ ਤਰ੍ਹਾਂ, ਗਰਜਦੇ ਨੇ ਕਾਲੇ ਬੱਦਲ ਜਿਸ ਤਰ੍ਹਾਂ। ਵੀ ਕਹਿੰਦੇ ਜਦੋਂ ਦੂਸਰੀ ਜੰਗ ਲੱਗੀ ਸੀਗੀ ਤਾਂ ਉਦੋਂ ਕੀ ਹੋ ਗਿਆ ਸੀਗਾ ਵੀ ਫੌਜਾਂ ਨੇ ਇੱਕ ਧਿਰ ਨੇ ਦੂਜੀ ਧਿਰ ਦੀਆਂ ਫੌਜਾਂ ਤੇ ਏਦਾਂ ਹਮਲੇ ਕੀਤੇ ਜਿਸ ਤਰ੍ਹਾਂ ਕਾਲੇ ਬੱਦਲ ਗਰਜਦੇ ਹੋਣ। ਖੂਬ ਟਕਰਾਏ ਨੇ ਦੋ ਤਰਫੋਂ ਜਵਾਨ ਜਿਸ ਤਰ੍ਹਾਂ ਲੜਦੇ ਨੇ ਆਪਸ ਵਿੱਚ ਤੂਫਾਨ। ਇਸ ਤਰ੍ਹਾਂ ਜਾਪਦਾ ਸੀ ਰਨ ਦਾ ਹਾਲ, ਘੁਲ ਰਹੇ ਨੇ ਜਿਸ ਤਰ੍ਹਾਂ ਲੱਖਾਂ ਭੂਚਾਲ। ਸੂਚਨਾ ਤੋਂ ਬਿਨਾਂ ਸੀ ਹਮਲਾ ਮਹਾਨ, ਮਿਟ ਗਿਆ ਆਖਰ ਨੂੰ ਉਸ ਦਾ ਨਾਂ ਨਿਸ਼ਾਨ। ਵੀ ਕਹਿੰਦੇ ਕੀ ਹੋਇਆ ਸੀ, ਦੋਹਾਂ ਤਰਫਾਂ ਤੋਂ ਜਵਾਨ ਇਸ ਤਰ੍ਹਾਂ ਖੂਬ ਲੜੇ ਜਿਸ ਤਰ੍ਹਾਂ ਕਿ ਤੂਫਾਨ ਭਿੜਦੇ ਹੋਣ। ਦੂਜੀ ਵੱਡੀ ਜੰਗ ਦਾ ਮੈਦਾਨ ਏਦਾਂ ਜਾਪ ਰਿਹਾ ਸੀ ਜਿਵੇਂ ਲੱਖਾਂ ਭੂਚਾਲ ਆਪਸ ਵਿੱਚ ਭਿੜ ਰਹੇ ਹੋਣ। ਜਰਮਨੀ ਜਿਸ ਨੇ ਸਮਾਜਵਾਦੀ ਰੂਸ ਉੱਪਰ ਬਿਨਾਂ ਐਲਾਨ ਤੋਂ ਹਮਲਾ ਕੀਤਾ ਸੀ, ਉਸ ਦਾ ਆਖਰ ਨਾਂ ਨਿਸ਼ਾਨ ਹੀ ਮਿਟ ਗਿਆ ਸੀ। ਮੇਰਾ ਯੁੱਗ ਆਇਆ ਹੈ ਕੋਈ ਰੋਕ ਪਾ ਸਕਦਾ ਨਹੀਂ, ਇਸ ਮਹਾਰਾਣੀ ਦੀ ਹਸਤੀ ਨੂੰ ਬਚਾ ਸਕਦਾ ਨਹੀਂ। ਕੋਈ ਪਰਬਤ ਚੀਨ ਦੀ ਦੀਵਾਰ ਜਖ ਸਾਗਰ ਕੋਈ ਮੇਰੇ ਪੈਰ ਦੀ ਜੰਜੀਰ ਹੋ ਸਕਦਾ ਨਹੀਂ। ਇਹਦੇ ਚ ਕੀ ਕਹਿੰਦਾ ਸਮਾਜਵਾਦ, ਕਹਿੰਦਾ ਵੀ ਹੁਣ ਮੇਰਾ ਯੁੱਗ ਆਇਆ ਹੈ, ਵੀ ਹੁਣ ਮੇਰਾ ਯੁੱਗ ਆਇਆ ਹੈ, ਇਸ ਨੂੰ ਕੋਈ ਰੋਕ ਨਹੀਂ ਸਕਦਾ। ਅਤੇ ਹੁਣ ਮਹਾਰਾਣੀ ਰੂਪੀ ਜਿਹੜੀ ਸਰਮਾਏਦਾਰੀ ਦੀ ਹਸਤੀ ਨੂੰ ਤਬਾਹ ਹੋਣੋਂ ਕੋਈ ਬਚਾ ਨਹੀਂ ਸਕਦਾ। ਕੋਈ ਪਰਬਤ ਚੀਨ ਦੀ ਦੀਵਾਰ ਜਖ ਸਾਗਰ ਕੋਈ ਮੇਰੇ ਪੈਰ ਦੀ ਜੰਜੀਰ ਹੋ ਸਕਦਾ ਨਹੀਂ। ਵੀ ਕਹਿੰਦੇ ਕੋਈ ਪਰਬਤ ਜਾਂ ਚੀਨ ਦੀ ਦੀਵਾਰ ਜਾਂ ਬਰਫ਼ ਦਾ ਸਮੁੰਦਰ, ਜਖ ਸਾਗਰ ਭਾਵ ਬਰਫ਼ ਦਾ ਸਮੁੰਦਰ, ਉਸ ਦੀਆਂ ਪੈਰਾਂ ਦੀ ਜੰਜੀਰ ਬਣ ਕੇ ਉਸ ਦੀ ਚਾਲ ਨੂੰ ਰੋਕ ਨਹੀਂ ਸਕਦਾ। ਕਿਸੇ ਦਾ ਜ਼ੋਰ ਚੱਲਦੇ ਸਮੇਂ ਦੇ ਪਹੀਆ ਨਹੀਂ ਰੋਕ ਸਕਦਾ। ਤਾਂ ਇਹੀ ਕਿਹਾ ਉਹਨਾਂ ਨੇ ਵੀ ਕੋਈ ਮੇਰੇ ਪੈਰ ਦੀ ਜੰਜੀਰ ਹੋ ਸਕਦਾ ਨਹੀਂ। ਵੀ ਕਹਿੰਦੇ ਮੈਨੂੰ ਹੁਣ ਕੋਈ ਵੀ ਰੋਕ ਨਹੀਂ ਸਕਦਾ, ਵੀ ਕਿਸੇ ਦਾ ਜ਼ੋਰ ਚੱਲਦੇ ਸਮੇਂ ਦੇ ਪਹੀਏ ਨੂੰ ਨਹੀਂ ਰੋਕ ਸਕਦਾ, ਵੀ ਹੁਣ ਮੇਰਾ ਵੀ ਸਮਾਂ ਆ ਗਿਆ। ਜਖ ਦਾ ਭਾਵ ਬਰਫ਼, ਠੀਕ ਹੈ। ਅੱਗੇ, ਜ਼ੋਰ ਤੋਂ ਚੱਲਦੇ ਸਮੇਂ ਦਾ ਪਹੀਆ ਰੁਕ ਸਕਦਾ ਨਹੀਂ, ਇਸ ਦਵੰਦ ਦੀ ਨਜ਼ਰ ਤੋਂ ਕੋਈ ਲੁਕ ਸਕਦਾ ਨਹੀਂ। ਜਿਸ ਤਰ੍ਹਾਂ ਦਰਿਆ ਦਾ ਨਿਸ ਦਿਨ ਹਰ ਕਦਮ ਜਾਰੀ ਅਗਾਂਹ, ਇੱਕ ਕਦਮ ਮੇਰੇ ਅਮਲ ਦਾ ਮੁੜ ਨਹੀਂ ਸਕਦਾ ਪਿਛਾਂ। ਵੀ ਉਹ ਕੀ ਕਹਿੰਦਾ, ਵੀ ਕਹਿੰਦਾ ਇਸ ਦਵੰਦਵਾਦ ਦੀ ਨਜ਼ਰ ਤੋਂ ਹੁਣ ਕੋਈ ਨਹੀਂ ਬਚਾ ਸਕਦਾ। ਜਿਸ ਤਰ੍ਹਾਂ ਕਹਿੰਦੇ ਰਾਤ ਤੇ ਦਿਨ, ਠੀਕ ਹੈ, ਇਸ ਦਵੰਦ ਦੀ ਨਜ਼ਰ ਤੋਂ ਹੁਣ ਕੋਈ ਵੀ ਨਹੀਂ ਬਚਾ ਸਕਦਾ। ਜਿਸ ਤਰ੍ਹਾਂ ਦਰਿਆ ਦਾ ਨਿਸ ਦਿਨ ਹਰ ਕਦਮ ਜਾਰੀ ਅਗਾਂਹ, ਵੀ ਕਹਿੰਦੇ ਜਿਵੇਂ ਦਰਿਆ ਕੀ ਹੈ ਦਿਨ ਰਾਤ ਦੀ ਪਰਵਾਹ ਕੀਤੇ ਬਿਨਾਂ ਅੱਗੇ ਵੱਧਦਾ ਰਹਿੰਦਾ, ਇਸੇ ਪ੍ਰਕਾਰ ਹੀ ਹੈ ਕਹਿੰਦੇ ਉਸਦੇ ਅਮਲ ਦਾ ਇੱਕ ਰੂਪ ਵੀ ਪਿੱਛੇ ਨਹੀਂ ਮੁੜ ਸਕਦਾ। ਹੁਣ ਸਰਮਾਏਦਾਰੀ ਦਾ ਕਹਿੰਦੇ ਕੀ ਹੈ ਖਾਤਮਾ ਤੇ ਉਸਦਾ ਪ੍ਰਸਾਰ ਲਾਜ਼ਮੀ ਹੋਵੇਗਾ। ਅੱਗੇ, 2 ਤੋਂ ਅੱਗੇ 3 ਜਿੱਦਾਂ 3 ਤੋਂ ਅੱਗੇ ਹੈ 4 ਹੈ ਅਸੂਲਾਂ ਦੀ ਲੜਾਈ ਦਾ ਸਦਾ ਇਹੋ ਵਿਵਹਾਰ ਹੈ। ਅਸੂਲਾਂ ਦੀ ਸੱਚਾਈ ਤੋਂ ਮੇਰਾ ਪ੍ਰਕਾਸ਼ ਵੀ, ਹੋਣਗੇ ਮੇਰੇ ਤੋਂ ਰੋਸ਼ਨ ਧਰਤ ਵੀ ਆਕਾਸ਼ ਵੀ। ਤਾਂ ਇਹਦੇ ਚ ਸਮਾਜਵਾਦ ਕਹਿੰਦਾ ਵੀ ਜਿਸ ਤਰ੍ਹਾਂ 2 ਤੋਂ ਅੱਗੇ 3 ਹੁੰਦੇ ਆ, 3 ਤੋਂ ਅੱਗੇ 4 ਹੁੰਦੇ ਆ, ਇਸ ਪ੍ਰਕਾਰ ਅਸੂਲਾਂ ਦੀ ਲੜਾਈ ਹੁੰਦੀ ਆ। ਉਸ ਦਾ ਪ੍ਰਕਾਸ਼ ਵੀ ਅਸੂਲਾਂ ਦੀ ਸੱਚਾਈ ਉੱਪਰ ਆਧਾਰਿਤ ਆ। ਉਸ ਦਾ ਭਾਵ ਸਮਾਜਵਾਦੀਆਂ ਦਾ, ਠੀਕ ਹੈ, ਵੀ ਸਮਾਜਵਾਦੀ ਲੋਕ ਜਿਹੜੇ ਆ ਉਹਨਾਂ ਦਾ ਪ੍ਰਕਾਸ਼ ਵੀ ਕੀ ਆ ਅਸੂਲਾਂ ਦੀ ਸੱਚਾਈ ਉੱਤੇ ਆਧਾਰਿਤ ਆ। ਇਸ ਲਈ ਉਸ ਤੋਂ ਕੀ ਆ ਧਰਤ ਅਤੇ ਆਕਾਸ਼ ਰੋਸ਼ਨ ਹੋ ਕੇ ਹੀ ਰਹਿਣਗੇ।
ਰਹਿ ਨਹੀਂ ਸਕਦਾ ਕੋਈ ਸਨਮੁਖ ਮੇਰੇ ਪਹਿਲਾ ਨਿਜ਼ਾਮ, ਜਗਤ ਵਿੱਚ ਹੋਣਾ ਹੈ ਆਮ, ਮੈਂ ਅਸੂਲਾਂ ਦੀ ਸੱਚਾਈ ਹੀ ਹੋ ਜਾਣਾ ਹੈ ਆਮ, ਰਹਿ ਨਹੀਂ ਸਕਦੀ ਕਦੀ ਕੁਦਰਤ ਤਰੱਕੀ ਰੋਕ ਕੇ, ਮੇਰੇ ਪਿੱਛੇ ਹੋਰ ਹੈ ਇੱਕ ਮਿਹਰ ਦੀ ਬਾਰਿਸ਼ ਅਜੇ, ਉਸ ਤੋਂ ਪਿੱਛੇ ਹੋਰ ਹੋ ਸਕਦਾ ਹੈ ਰਹਿਮਤ ਦਾ ਨਿਜ਼ਾਮ। ਵੀ ਉਹ ਕੀ ਕਹਿੰਦਾ ਇਹਦੇ 'ਚ, ਵੀ ਕਹਿੰਦਾ ਜਿਹੜੇ ਹੁਣ ਕੀ ਆ ਵੀ ਮੈਨੂੰ ਕੋਈ ਨਹੀਂ ਰੋਕ ਸਕਦਾ, ਇਸ ਲਈ ਧਰਤ ਤੇ ਆਕਾਸ਼ ਆ ਜਿਹੜੇ ਰੋਸ਼ਨ ਹੋ ਕੇ ਰਹਿਣਗੇ, ਕੋਈ ਵੀ ਪੁਰਾਣਾ ਜਿਹੜਾ ਰਾਜ ਪ੍ਰਬੰਧ ਆ ਰਹਿ ਨਹੀਂ ਸਕਦਾ ਕੋਈ ਸਨਮੁਖ ਮੇਰੇ ਪਹਿਲਾ ਨਿਜ਼ਾਮ। ਵੀ ਕਹਿੰਦੇ ਕੋਈ ਵੀ ਪੁਰਾਣਾ ਰਾਜ ਪ੍ਰਬੰਧ ਆ ਉਸਦੇ ਸਾਹਮਣੇ ਟਿਕ ਨਹੀਂ ਸਕਦਾ, ਇਹ ਗੱਲ ਸਾਰੇ ਸੰਸਾਰ ਵਿੱਚ ਹੋਣੀ ਹੈ। ਉਹ ਅਸੂਲਾਂ ਦੀ ਸੱਚਾਈ ਹੈ, ਇਸ ਕਰਕੇ ਉਸ ਦਾ ਵਰਤਾਰਾ ਆਮ ਹੋ ਜਾਣਾ ਹੈ। ਕੁਦਰਤ ਕਦੇ ਵੀ ਆਪਣੀ ਤਰੱਕੀ ਦੀ ਚਾਲ ਰੋਕ ਕੇ ਨਹੀਂ ਰੱਖ ਸਕਦਾ, ਉਸ ਦੇ ਪਿੱਛੋਂ ਮਿਹਰ ਦੀ ਇੱਕ ਹੋਰ ਬਾਰਿਸ਼ ਹੋਣੀ ਆ, ਉਸ ਤੋਂ ਪਿੱਛੋਂ ਹੋਰ ਹੋ ਸਕਦਾ ਹੈ ਰਹਿਮਤ ਦਾ ਨਿਜ਼ਾਮ। ਵੀ ਕਹਿੰਦੇ ਉਸ ਤੋਂ ਮਗਰੋਂ ਬਖਸ਼ਿਸ਼ਾਂ ਦਾ ਹੋਰ ਰਾਜ ਪ੍ਰਬੰਧ ਵੀ ਆ ਸਕਦਾ ਹੈ। ਇਸ ਤਰ੍ਹਾਂ ਕੁਦਰਤ ਦੀ ਤਰੱਕੀ ਨੂੰ ਕੋਈ ਰੋਕ ਨਹੀਂ ਸਕਦਾ। ਹੁਣ ਸੂਝ ਇਨਸਾਨੀ ਕਿਸੇ ਦੀ ਰਹਿ ਨਹੀਂ ਸਕਦੀ ਗੁਲਾਮ, ਜ਼ਿੰਦਗਾਨੀ ਨੂੰ ਸਦੀਵੀਂ ਬੇੜੀਆਂ ਕੋਈ ਨਹੀਂ, ਜ਼ਿੰਦਗੀ ਦੇ ਸੁਪਨਿਆਂ ਦੀ ਮੈਂ ਹੀ ਇੱਕ ਤਸਵੀਰ ਹਾਂ, ਦਬ ਗਏ ਉੱਠੇ ਸੀ ਜੋ ਮੇਰੇ ਦੀਵਾਨ ਦੇ ਲਈ, ਮਿਟਣਗੇ ਉੱਠੇ ਨੇ ਜੋ ਮੇਰੇ ਮਿਟਾਵਨ ਦੇ ਲਈ। ਵੀ ਇਹਦੇ ਚ ਕੀ ਕਹਿੰਦਾ, ਸਮਾਜਵਾਦ ਦੱਸਦਾ ਵੀ ਉਸਦੇ ਪਸਾਰ ਨੂੰ ਕੋਈ ਸ਼ਕਤੀ ਰੋਕ ਨਹੀਂ ਸਕਦੀ, ਤਾਂ ਇਸ ਕਰਕੇ ਸਮਾਜਵਾਦ ਕਹਿੰਦਾ ਵੀ ਸੂਝ ਇਨਸਾਨੀ ਕਿਸੇ ਦੀ ਰਹਿ ਨਹੀਂ ਸਕਦੀ ਗੁਲਾਮ, ਜ਼ਿੰਦਗਾਨੀ ਨੂੰ ਸਦੀਵੀਂ ਬੇੜੀਆਂ ਕੋਈ ਨਹੀਂ। ਵੀ ਸਮਾਜਵਾਦ ਕਹਿੰਦਾ ਇਨਸਾਨ ਦੀ ਸੂਝ ਕਿਸੇ ਦੀ ਗੁਲਾਮ ਬਣ ਕੇ ਨਹੀਂ ਰਹਿ ਸਕਦੀ, ਜ਼ਿੰਦਗੀ ਹੈ ਜਿਹੜੀ ਉਹ ਸਦਾ ਬੇੜੀਆਂ ਵਿੱਚ ਨਹੀਂ ਰਹਿ ਸਕਦੀ, ਉਸਨੇ ਆਜ਼ਾਦੀ ਪ੍ਰਾਪਤ ਕਰਕੇ ਹੀ ਸਾਹ ਲੈਣਾ, ਜ਼ਿੰਦਗੀ ਦੇ ਸੁਪਨਿਆਂ ਦੀ ਮੈਂ ਹੀ ਇੱਕ ਤਸਵੀਰ ਹਾਂ। ਵੀ ਉਹ ਜ਼ਿੰਦਗੀ ਦੇ ਸੁਪਨਿਆਂ ਦੀ ਕਹਿੰਦਾ ਕੀ ਆ, ਤਸਵੀਰ ਆ, ਜੋ ਉਸਨੂੰ ਦਬਾਉਣ ਦੇ ਲਈ ਦਬ ਗੇ ਉੱਠੇ ਸੀ ਜੋ ਮੇਰੇ ਦਬਾਉਣ ਦੇ ਲਈ, ਮਿਟਣ ਗੇ ਉੱਠੇ ਨੇ ਜੋ ਮੇਰੇ ਮਿਟਾਵਨ ਦੇ ਲਈ। ਵੀ ਕਹਿੰਦੇ ਜੋ ਉਸਨੂੰ ਭਾਵ ਸਮਾਜਵਾਦ ਨੂੰ ਜਿਹੜੇ ਮਿਟਾਉਣਾ ਚਾਹੁੰਦੇ ਸੀ ਜਾਂ ਦਬਾਉਣਾ ਚਾਹੁੰਦੇ ਸੀ, ਉਹ ਆਪ ਹੀ ਦਬ ਗਏ ਹਨ। ਅੱਗੋਂ ਵੀ ਜੋ ਉਸਨੂੰ ਸਮਾਜਵਾਦ ਨੂੰ ਜੇ ਕੋਈ ਮਿਟਾਉਣਾ ਚਾਹਣਗੇ ਤਾਂ ਉਹ ਆਪ ਹੀ ਮਿਟ ਜਾਣਗੇ। ਇਸ ਕਰਕੇ ਉਸਦੇ ਪਸਾਰ ਭਾਵ ਸਮਾਜਵਾਦ ਦੇ ਪਸਾਰ ਨੂੰ ਹੁਣ ਕੋਈ ਵੀ ਸ਼ਕਤੀ ਰੋਕ ਨਹੀਂ ਸਕਦੀ। ਠੀਕ ਹੈ, ਇਹ ਸੀ ਉਹਨਾਂ ਦੀ ਕਵਿਤਾ ਸਮਾਜਵਾਦ। ਤੇ ਹੁਣ ਇਹਦਾ ਜੇ ਆਪਾਂ ਗੱਲ ਕਰੀਏ ਬਰੀਫ ਵਿੱਚ ਤਾਂ ਕੀ ਕਹਿੰਦਾ, ਕਵੀ ਕਹਿੰਦਾ ਸਮਾਜਵਾਦ ਦੇ ਪਸਾਰ ਨੂੰ ਰੋਕਣ ਲਈ ਕੀ ਆ, ਇਸ ਦੇ ਦੁਸ਼ਮਣਾਂ ਨੇ ਭਿਆਨਕ ਚਾਲਾਂ ਚੱਲੀਆਂ ਤੇ ਦੂਜੀ ਸੰਸਾਰ ਜੰਗ ਛੇੜੀ, ਪਰੰਤੂ ਕੋਈ ਵੀ ਤਾਕਤ ਉਸ ਦੀ ਜਿੱਤ ਤੇ ਪਸਾਰ ਨੂੰ ਨਹੀਂ ਰੋਕ ਸਕੀ। ਇਹ ਦਵੰਦਵਾਦ ਉੱਤੇ ਆਧਾਰਿਤ ਇੱਕ ਸੱਚਾਈ ਆ ਜਿਸ ਨੂੰ ਕੋਈ ਸ਼ਕਤੀ ਕਿਸੇ ਤਰ੍ਹਾਂ ਵੀ ਰੋਕ ਨਹੀਂ ਸਕਦੀ। ਇਹ ਸੀਗੀ ਬਾਬਾ ਬਲਵੰਤ ਦੀ ਕਵਿਤਾ ਸਮਾਜਵਾਦ। ਠੀਕ ਹੈ, ਤਾਂ ਹੁਣ ਆਪਾਂ ਜਿਹੜਾ ਅਗਲਾ ਅੱਜ ਦੇ ਇਸ ਲੈਕਚਰ ਵਿੱਚ ਆਪਾਂ ਗੱਲ ਕੀਤੀ ਆ ਬਾਬਾ ਬਲਵੰਤ ਦੇ ਜੀਵਨ, ਰਚਨਾ ਤੇ ਉਹਨਾਂ ਦੇ ਯੋਗਦਾਨ ਬਾਰੇ, ਤੇ ਇੱਕ ਉਹਨਾਂ ਦੀ ਕਵਿਤਾ ਕੀਤੀ ਆਪਾਂ ਜਿਹੜੀ ਤੁਹਾਨੂੰ ਸਿਲੇਬਸ ਵਿੱਚ ਲੱਗੀ ਹੋਈ ਆ, ਸਮਾਜਵਾਦ ਤੋਂ ਬਾਅਦ ਅਗਲੀਆਂ ਦੋ ਕਵਿਤਾਵਾਂ ਹੋਰ ਆ ਉਹਨਾਂ ਦੀਆਂ, ਦੂਰ ਇੱਕ ਬੈਲੀ ਖੜੀ ਤੇ ਇੱਕ ਹੋਰ ਆ ਜਿਹੜੀ ਉਸਦਾ ਹਾਰ। ਠੀਕ ਆ, ਇਹ ਦੋ ਕਵਿਤਾਵਾਂ ਜਿਹੜੀਆਂ ਹੋਰ ਉਹ ਰਹਿ ਗਈਆਂ, ਉਹ ਆਪਾਂ ਅਗਲੇ ਲੈਕਚਰ ਵਿੱਚ ਕਰਾਂਗੇ। ਅੱਜ ਦੇ ਇਸ ਲੈਕਚਰ ਵਿੱਚ ਆਪਾਂ ਸਿਰਫ ਗੱਲ ਕੀਤੀ ਆ ਬਾਬਾ ਬਲਵੰਤ ਦੇ ਜੀਵਨ, ਰਚਨਾ ਤੇ ਯੋਗਦਾਨ ਬਾਰੇ, ਤੇ ਇੱਕ ਤੁਹਾਡੀ ਜਿਹੜੀ ਕਾਵ ਪੁਸਤਕ ਆ ਕਾਵਨਾਦ, ਠੀਕ ਹੈ, ਜਿਹੜੀ ਤੁਹਾਨੂੰ ਸਿਲੇਬਸ ਵਿੱਚ ਲੱਗੀ ਹੋਈ ਆ, ਕਾਵਨਾਦ ਪੁਸਤਕ ਵਿੱਚ ਦਰਜ ਆ ਜਿਹੜੇ ਬਾਬਾ ਬਲਵੰਤ ਦੀਆਂ ਕਵਿਤਾਵਾਂ। ਪਹਿਲੀ ਕਵਿਤਾ ਸੀ ਸਮਾਜਵਾਦ, ਉਹਦੇ ਬਾਰੇ ਗੱਲ ਕੀਤੀ ਆ। ਉਮੀਦ ਆ ਵੀ ਤੁਹਾਨੂੰ ਸਮਾਜਵਾਦ ਕਵਿਤਾ ਦੀ ਵਿਆਖਿਆ ਸਮਝ ਆ ਗਈ ਹੋਗੀ। ਤਾਂ ਪੇਪਰ ਵਿੱਚ ਵੀ ਬਾਬਾ ਬਲਵੰਤ ਦੇ ਕੀ ਪੁੱਛਿਆ ਜਾਂਦਾ, ਜੀਵਨ, ਰਚਨਾ ਤੇ ਯੋਗਦਾਨ ਬਾਰੇ ਪੁੱਛਿਆ ਜਾਂਦਾ, ਜਿਹੜਾ ਕਿ 5 ਨੰਬਰ ਦਾ ਆਉਂਦਾ ਪੇਪਰ ਵਿੱਚ। ਠੀਕ ਹੈ, ਤਾਂ ਉਸ ਤੋਂ ਬਾਅਦ ਪ੍ਰਸੰਗ ਸਹਿਤ ਵਿਆਖਿਆ ਵੀ ਆ ਜਾਂਦੀ ਹੈ ਬਾਬਾ ਬਲਵੰਤ ਦੇ ਜਾਂ ਕਿਸੇ ਹੋਰ ਕਵੀ ਦੀ, ਤਾਂ ਉਹ ਕੀ ਆ, ਪ੍ਰਸੰਗ ਸਹਿਤ ਵਿਆਖਿਆ ਲਿਖਣੀ ਹੁੰਦੀ ਆ। ਤਾਂ ਬੱਚਿਆਂ ਨੂੰ ਇਸ ਲੈਕਚਰ ਵਿੱਚ ਅੱਜ ਮੈਂ ਇਸ ਸਮਾਜਵਾਦ ਕਵਿਤਾ ਦੀ ਵਿਆਖਿਆ ਕਰਵਾਈ ਆ। ਅਗਲੇ ਲੈਕਚਰ ਵਿੱਚ ਆਪਾਂ ਗੱਲ ਕਰਾਂਗੇ ਜਿਹੜੇ ਬਾਬਾ ਬਲਵੰਤ ਦੀਆਂ ਦੋ ਕਵਿਤਾਵਾਂ, ਦੂਰ ਇੱਕ ਬੈਲੀ ਖੜੀ ਤੇ ਅਗਲੀ ਕਵਿਤਾ ਉਹਨਾਂ ਦੀ ਉਸਦਾ ਹਾਰ, ਉਸ ਬਾਰੇ ਗੱਲ ਕਰਾਂਗੇ। ਉਸ ਦੀ ਪ੍ਰਸੰਗ ਸਹਿਤ ਵਿਆਖਿਆ ਬਾਰੇ ਚਰਚਾ ਕਰਾਂਗੇ। ਅੱਜ ਦੇ ਇਸ ਲੈਕਚਰ ਵਿੱਚ ਅੱਜ ਇੰਨਾ ਹੀ ਕਰਦੇ ਹਾਂ ਆਪਾਂ। ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦਾ ਇਹ ਲੈਕਚਰ ਸਮਝ ਆ ਗਿਆ ਹੋਵੇਗਾ। ਧੰਨਵਾਦ।